जी सत श्री अकाल। गुड आफ्टरनून, नमस्ते सारे सुनने वाले दोस्तों मित्रों ਨੂੰ। मैं डॉक्टर हरदीप सिंह बावा, GM हॉस्पिटल सुनाम, कंसलटेंट मैडिसन। ਮੈਨੂੰ ਬਹੁਤ ਕਾਫੀ ਦਿਨਾਂ ਤੋਂ ਬਹੁਤ ਸਾਰੇ ਮੇਰੇ ਦੋਸਤਾਂ ਦੇ ਕੁਐਸਚਨ ਆ ਰਹੇ ਸੀ ਅਬਾਊਟ COVID-19 ਵੈਕਸੀਨੇਸ਼ਨ। ਤਾਂ ਆਲਮੋਸਟ every day I am receiving so many calls, and many my friends from abroad they are calling for COVID-19 vaccination। ਮੇਰੇ ਬਹੁਤ ਸਾਰੇ ਪੇਸ਼ੈਂਟਸ ਦਾ ਵੀ ਇਹੀ ਕੁਐਸਚਨ ਸੀ ਵੀ COVID-19 ਵੈਕਸੀਨੇਸ਼ਨ ਸੇਫ ਹੈ ਜਾਂ ਨਹੀਂ, ਲਗਵਾਉਣੀ ਚਾਹੀਦੀ ਹੈ ਜਾਂ ਨਹੀਂ, ਅਗਰ ਲਗਵਾਉਣੀ ਚਾਹੀਦੀ ਹੈ ਤਾਂ ਕਿਹੜੀ ਲਗਵਾਉਣੀ ਚਾਹੀਦੀ ਹੈ। ਕੁਛ ਲੋਕਾਂ ਨੇ ਦੇ ਕੁਐਸਚਨ ਸੀ ਵੀ ਜਿਵੇਂ ਕਿਸੇ ਨੇ ਅਬਰੋਡ ਜਾਣਾ ਹੈ ਤਾਂ ਉਹਦੇ ਲਈ ਕਿਹੜੀ ਕੋਵਿਡ ਵੈਕਸੀਨੇਸ਼ਨ ਸੂਟੇਬਲ ਹੈ। ਜੋ ਬਹੁਤ ਸਾਰੇ ਅੱਜ ਕੱਲ੍ਹ ਸਟੂਡੈਂਟ ਕੈਨੇਡਾ ਵਗੈਰਾ ਜਾ ਰਹੇ ਨੇ ਅਬਰੋਡ ਸੈਟਲ ਹੋਣ ਲਈ, ਤਾਂ ਉੱਥੇ ਕਿਹੜੀ ਆਕਸੀਜਨ ਅਪਰੂਵਡ ਹੈ। ਅਤੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਕਰੋਨਿਕ ਬਿਮਾਰੀਆਂ ਜਿਵੇਂ ਸ਼ੂਗਰ ਹੈ, BP ਹੈ, ਕਾਰਡਿਕ ਪ੍ਰੋਬਲਮ ਹੈ, ਕੋਈ ਦੀ ਸਟੈਂਟਿੰਗ ਹੋਈ ਹੋਈ ਹੈ, ਕਿਸੇ ਨੂੰ ਅਸਥਮਾ ਹੈ, COPD ਹੈ, ਜਾਂ ਪ੍ਰੈਗਨੈਂਸੀ ਹੈ, ਬ੍ਰੈਸਟ ਫੀਡਿੰਗ ਮਦਰ ਹੈ, ਉਹਨਾਂ ਲੋਕਾਂ ਨੇ ਕੋਵਿਡ ਵੈਕਸੀਨੇਸ਼ਨ ਕਰਵਾਉਣੀ ਹੈ ਜਾਂ ਨਹੀਂ ਕਰਵਾਉਣੀ, ਐਂਡ ਕੀ ਉਹਦੇ ਸਾਈਡ ਇਫੈਕਟ ਹੈ। ਅੱਜ ਆਪਾਂ ਥੋੜ੍ਹਾ ਸ਼ਾਰਟ ਦੇ ਵਿੱਚ ਇਹ ਸਾਰਾ ਕੁਛ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਵੀ ਆਪਾਂ ਇਹ ਜਿਹੜੇ ਕੋਵਿਡ ਵੈਕਸੀਨੇਸ਼ਨ ਹੈ ਇਹਦੇ ਸ਼ਾਰਟਸ ਲਗਵਾਈਏ। ਵੈਸੇ ਤਾਂ ਕਾਫੀ ਕੁਛ ਨੌਲੇਜ ਇੰਟਰਨੈਟ 'ਤੇ ਗੂਗਲ 'ਤੇ ਅਵੇਲੇਬਲ ਹੈ ਅਬਾਊਟ COVID-19 ਵੈਕਸੀਨੇਸ਼ਨ। ਆਲਮੋਸਟ 81 ਕਰੋੜ 85 ਲੱਖ 13,827 ਜਿਹੜੀਆਂ ਕੋਵਿਡ ਵੈਕਸੀਨੇਸ਼ਨ ਡੋਜ਼ਸ ਹੈ ਉਹ ਇੰਡੀਆ ਦੇ ਵਿੱਚ ਲੱਗ ਚੁੱਕੀਆਂ। ਤਾਂ ਵੈਸੇ ਤਾਂ ਬਹੁਤ ਜ਼ਿਆਦਾ ਨਹੀਂ ਹੈਗਾ ਇਹਦੇ ਵਿੱਚ ਕੁਛ ਵੀ ਨਵਾਂ, ਬਟ ਫਿਰ ਵੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਵੀ ਹਰ ਰੋਜ਼ ਇਕੱਲੇ ਬੰਦੇ ਨੂੰ ਦੱਸਣ ਦੀ ਬਜਾਏ ਮੈਂ ਇੱਕ ਵੀਡੀਓ ਸ਼ੇਅਰ ਕਰਾਂ ਸੋਚਿਆ, ਅਤੇ ਵੀ ਜਿਹੜੇ ਸਾਰੇ ਲੋਕ ਮੇਰੇ ਪੇਸ਼ੈਂਟਸ ਨੂੰ, ਫਰੈਂਡਸ ਨੂੰ, ਰਿਸ਼ਤੇਦਾਰਾਂ, ਦੋਸਤਾਂ ਨੂੰ ਕੋਵਿਡ ਵੈਕਸੀਨੇਸ਼ਨ ਬਾਰੇ ਨੌਲੇਜ ਮਿਲ ਜੇ। ਤਾਂ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈਗਾ, ਪ੍ਰਸ਼ਨ ਆਉਂਦਾ ਹੈ, ਉਹ ਹੈਗਾ ਵੀ ਕਿਹੜੀ ਵੈਕਸੀਨੇਸ਼ਨ ਸੂਟੇਬਲ ਹੈ। ਜਿਹੜੇ ਸਭ ਤੋਂ ਜ਼ਿਆਦਾ ਮੇਰੇ ਤੋਂ ਕੁਐਸਚਨ ਪੁੱਛੇ ਜਾਂਦੇ ਹੈ ਟੂ ਗੋ ਅਬਰੋਡ, ਹੈ ਨਾ, ਫੋਰਨ ਜਾਣ ਲਈ, ਜਾਂ ਕਿਹੜੀ ਵੈਕਸੀਨੇਸ਼ਨ ਸੂਟੇਬਲ ਹੈ। ਤਾਂ ਜਿਵੇਂ ਜੇ ਆਪਾਂ ਗੱਲ ਕਰੀਏ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਹੈ ਨਾ, ਤਾਂ ਉੱਥੇ 4 ਵੈਕਸੀਨੇਸ਼ਨ ਹੈ ਜਿਹੜੀਆਂ ਐਕਸੈਪਟੇਬਲ ਹੈ ਨਾ। ਉਹਨਾਂ ਵਿੱਚੋਂ ਹੈਗੀ ਹੈ ਕੋਵੀਸ਼ੀਲਡ, ਹੈ ਨਾ। ਕੋਵੀਸ਼ੀਲਡ ਜਿਹੜੀ ਹੈਗੀ ਹੈ ਇੰਡੀਅਨ ਵੈਕਸੀਨੇਸ਼ਨ ਹੈ, ਇੰਡੀਆ ਅਤੇ ਆਕਸਫੋਰਡ ਨੇ ਮਿਲ ਕੇ ਬਣਾਈ ਹੈ। ਤਾਂ ਇਹ ਕੋਵੀਸ਼ੀਲਡ ਜਿਹੜੀ ਇੰਡੀਆ ਦੇ ਵਿੱਚ ਲੱਗ ਵੀ ਰਹੀ ਹੈ, ਫ੍ਰੀ ਆਫ ਕਾਸਟ ਲੱਗ ਰਹੀ ਹੈ, ਉਹ ਇਹਨਾਂ ਕੰਟਰੀਜ਼ ਦੇ ਵਿੱਚ, ਵੈਸਟਰਨ ਕੰਟਰੀਜ਼ ਦੇ ਵਿੱਚ ਐਕਸੈਪਟੇਬਲ ਹੈ। ਫਾਈਜ਼ਰ ਦੀ ਵੈਕਸੀਨੇਸ਼ਨ ਸੈਕਿੰਡ ਉਹ ਐਕਸੈਪਟ ਕਰਦੇ ਨੇ। ਇੱਕ ਵੈਕਸੀਨੇਸ਼ਨ ਮੋਡਰਨਾ ਹੁੰਦੀ ਹੈ, ਉਹ ਐਕਸੈਪਟ ਕਰਦੇ ਆ, ਬਟ ਇੰਡੀਆ ਦੇ ਵਿੱਚ ਉਹ ਅਵੇਲੇਬਲ ਨਹੀਂ ਹੈ। ਅਗਰ ਸਾਨੂੰ ਕਿਸੇ ਦਵਾਈ ਜਾਂ ਦੂਸਰੀ ਕੰਟਰੀਜ਼ ਤੋਂ ਅਸੀਂ ਵੈਸੇ ਕੋਈ ਰੂਟੀਨ ਟੂਰਿਸਟ ਵੀਜ਼ੇ ਜਾਂਦੇ ਹਾਂ, ਉੱਥੋਂ ਅਸੀਂ ਵੀ ਕੈਨ ਗੈਟ ਦੈਟ ਸ਼ਾਟ, ਹੈ ਨਾ। ਲਾਈਕ ਅਦਰ ਵੈਕਸੀਨੇਸ਼ਨ ਜਿਹੜੀ ਚੌਥੀ ਵੈਕਸੀਨੇਸ਼ਨ ਉਹ ਐਕਸੈਪਟ ਕਰਦੇ ਆ, ਉਹ ਜੈਨਸਨ AD26CoV-2 AD26CoV-2 ਵੈਕਸੀਨੇਸ਼ਨ ਉਹ ਐਕਸੈਪਟ ਕਰਦੇ, ਜਿਹੜੀ ਜੌਨਸਨ ਐਂਡ ਜੌਨਸਨ ਕੰਪਨੀ ਨੇ ਬਣਾਈ ਹੈ ਨਾ। ਸਾਡੇ ਕੋਲ ਆਲਮੋਸਟ 17-18 ਵੈਕਸੀਨੇਸ਼ਨ ਹੋਰ ਹੈਗੀਆਂ, ਬਟ ਉਹਨਾਂ ਦੇ ਵਿੱਚੋਂ ਕੋਈ ਵੀ ਵੈਕਸੀਨੇਸ਼ਨ ਜਿਹੜੀ ਹੈਗੀ ਹੈ ਬਾਹਰ ਹਲੇ ਐਕਸੈਪਟ ਨਹੀਂ ਕਰਦੇ। ਜਿਹੜੀਆਂ ਸਿਰਫ ਐਮਰਜੈਂਸੀ ਯੂਜ਼ਸ ਵਾਸਤੇ WHO ਨੇ ਸਾਨੂੰ ਅਪਰੂਵ ਕਰੀਆਂ ਗਈਆਂ। ਜਿਵੇਂ ਸਾਡੇ ਇੰਡੀਆ ਦੇ ਵਿੱਚ ਇੱਕ ਹੋਰ ਵੈਕਸੀਨੇਸ਼ਨ ਦੇ ਸ਼ਾਰਟਸ ਲੱਗ ਰਹੇ ਹੈ, ਕੋਵੈਕਸਿਨ ਜਿਹੜੀ ਹੈਗੀ ਹੈ ਅੱਛੀ ਵੈਕਸੀਨ ਹੈ, ਬਟ ਉਹ ਅਗਰ ਆਪਾਂ ਬਾਹਰ ਜਾਣਾ ਚਾਹੁੰਦੇ ਹਾਂ ਤਾਂ ਉਹ ਸੂਟੇਬਲ ਨਹੀਂ ਹੈ, ਉਹ ਇਸਨੂੰ ਐਕਸੈਪਟ ਨਹੀਂ ਕਰਦੇ, ਹੈ ਨਾ। ਉਹ ਅੰਡਰ ਟ੍ਰਾਇਲ ਹੈ, ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਐਕਸੈਪਟ ਕਰਨ ਲੱਗ ਜਾਣ, ਬਟ ਹਲੇ ਸਿਰਫ ਉਹਨੂੰ ਐਮਰਜੈਂਸੀ ਯੂਜ਼ ਵਾਸਤੇ ਹੀ ਉਹਨਾਂ ਨੇ ਅਪਰੂਵਲ ਦਿੱਤੀ ਹੈ। ਤਾਂ ਜਿਹੜਾ ਸਾਡਾ ਅਗਲਾ ਸੈਕਿੰਡ ਇਹ ਜਿਹੜੀ 4 ਵੈਕਸੀਨੇਸ਼ਨ ਅਸੀਂ ਲਗਵਾ ਸਕਦੇ ਹਾਂ। ਫਾਈਜ਼ਰ ਲਗਵਾ ਸਕਦੇ ਹਾਂ, ਕੋਵਾਸ਼ੀਲਡ ਲਗਵਾ ਸਕਦੇ ਹਾਂ, ਮੋਡਰਨਾ ਅਤੇ ਜੈਨਸਨ ਅਸੀਂ ਵੈਕਸੀਨੇਸ਼ਨ ਲਗਾ ਸਕਦੇ ਹਾਂ ਜੇ ਅਸੀਂ ਬਾਹਰ ਜਾਣਾ ਹੈਗਾ। ਬਾਹਰ ਜਾਣ ਵਾਸਤੇ ਅਪਰੂਵਲ ਵੈਕਸੀਨੇਸ਼ਨ ਹੈ। ਦੂਸਰਾ ਜਿਹੜਾ ਮੋਸਟ ਫ੍ਰੀਕੁਐਂਟ ਕੁਐਸਚਨ ਜੋ ਮੈਨੂੰ ਪੁੱਛਿਆ ਜਾਂਦਾ ਹੈ ਉਹ ਹੈਗੀ ਹੈ ਵੀ ਜਿਹੜੇ ਕਰੋਨਿਕ ਪੇਸ਼ੈਂਟ ਹੈ, ਅਸਥਮਾ ਹੈ, ਕਿਸੇ ਨੂੰ ਕੋਈ ਕਾਰਡਿਕ ਪ੍ਰੋਬਲਮ ਹੈ, ਕੋਈ
ਦਿਲ ਦੀ ਬਿਮਾਰੀ ਹੈ, ਕੋਈ ਸਾਹ ਦੀ ਪ੍ਰੋਬਲਮ ਹੈ, ਜਾਂ ਕੋਈ ਕਿਸੇ ਨੂੰ ਹੋਰ ਕੋਈ ਗਠੀਆ ਹੈ, ਕਿਸੇ ਨੂੰ ਕਰੋਨਿਕ ਬਿਮਾਰੀ ਹੈ, ਉਹ ਵੈਕਸੀਨੇਸ਼ਨ ਲਗਵਾ ਸਕਦੇ ਕਿ ਨਹੀਂ। ਇਹ ਸਾਰੇ ਹੀ ਜਿੰਨੇ ਵੀ ਕਰੋਨਿਕ ਪੇਸ਼ੈਂਟ ਹੈਗੇ ਆ, ਇਹ ਸਾਰਿਆਂ ਨੇ ਹੀ ਕੋਵਿਡ ਵੈਕਸੀਨੇਸ਼ਨ ਦੇ ਦੋਨੋਂ ਡੋਜ਼ਸ ਦੇ ਸ਼ਾਟਸ ਲੈਣੇ ਆ। ਜਿੰਨੇ ਵੀ ਕਰੋਨਿਕ ਪੇਸ਼ੈਂਟ ਆ ਉਹਨਾਂ ਨੂੰ ਨਾਰਮਲ ਬੰਦੇ ਨੂੰ ਜ਼ਿਆਦਾ ਜ਼ਰੂਰਤ ਹੈ ਕੋਵਿਡ ਵੈਕਸੀਨੇਸ਼ਨ ਲੈਣ ਦੀ। ਕੋਵਿਡ ਵੈਕਸੀਨੇਸ਼ਨ ਨਾਲ ਕੋਈ ਪ੍ਰੋਬਲਮ ਨਹੀਂ ਆਏਗੀ, ਇਹ ਤੁਸੀਂ ਆਪਣੇ ਦਿਲ ਦੇ ਵਿੱਚੋਂ ਕੱਢ ਦਿਓ ਵੀ ਕੋਈ ਪ੍ਰੋਬਲਮ ਆਊਗੀ। ਜੇ ਕੋਈ ਛੋਟਾ ਮੋਟਾ ਸਾਈਡ ਇਫੈਕਟ ਹੁੰਦਾ ਤਾਂ ਉਹ ਨਾਰਮਲ ਬੰਦੇ ਨੂੰ ਵੀ ਉਨਾ ਹੀ ਹੋਊਗਾ ਜਿੰਨਾ ਕਿ ਕੋਵਿਡ ਵੈਕਸੀਨੇਸ਼ਨ ਜਿੰਨਾ ਕਿ ਕਰੋਨਿਕ ਬਿਮਾਰੀ ਵਾਲੇ ਬੰਦੇ ਨੂੰ ਹੋਏਗਾ। ਜਿਨ੍ਹਾਂ ਨੂੰ ਕੋਈ ਅਸਥਮਾ ਹੈ, ਕੋਈ ਦਿਲ ਦੀ ਬਿਮਾਰੀ ਹੈ, ਕੋਈ ਸ਼ੂਗਰ ਹੈ, ਕੋਈ ਸਾਹ ਦੀ ਬਿਮਾਰੀ ਹੈ, ਇਹਨਾਂ ਸਾਰਿਆਂ ਬੰਦਿਆਂ ਨੇ, ਸਾਰੇ ਪੇਸ਼ੈਂਟਸ ਨੇ ਕੋਵਿਡ ਵੈਕਸੀਨੇਸ਼ਨ ਦੇ ਸ਼ਾਟਸ ਲੈਣੇ ਹੈ। ਜੇ ਆਪਾਂ ਤੀਸਰੇ ਹੋਰ ਇੱਕ ਫ੍ਰੀਕੁਐਂਟ ਕੁਐਸਚਨ ਹੈ ਕਿ ਕਿਹੜਾ ਜਦੋਂ ਕੋਵਿਡ ਵੈਕਸੀਨੇਸ਼ਨ ਬੰਦਾ ਲੈ ਲੈਂਦਾ ਹੈ ਤਾਂ ਉਹਦੇ ਉਹਦੇ ਸਾਈਡ ਇਫੈਕਟ ਹੈ। ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵੈਸੇ ਤਾਂ ਆਲਮੋਸਟ ਬਹੁਤ 81 ਕਰੋੜ, ਮੈਂ ਤੁਹਾਨੂੰ ਬੰਦਿਆਂ ਦੀ ਗੱਲ ਕੀਤੀ ਵੀ 81 ਕਰੋੜ 85 ਲੱਖ ਬੰਦਿਆਂ ਨੂੰ ਆਲਮੋਸਟ ਇੰਡੀਆ ਦੇ ਵਿੱਚ ਵੈਕਸੀਨੇਸ਼ਨ ਲੱਗ ਚੁੱਕੀ ਹੈ। ਤਾਂ ਸਾਈਡ ਇਫੈਕਟ ਜਿਹੜੇ ਹੈਗੇ ਆ ਬਹੁਤ ਰੇਅਰ ਸਾਈਡ ਇਫੈਕਟ ਹੈਗੇ ਆ, ਹੈ ਨਾ। ਜਿਵੇਂ ਕਿ ਅਸੀਂ ਸਭ ਤੋਂ ਵੱਡਾ ਸਾਈਡ ਇਫੈਕਟ ਜਿਹੜਾ ਸਾਡਾ ਕੋਈ ਅਲਰਜਿਕ ਰਿਐਕਸ਼ਨ ਦਾ ਸਾਈਡ ਇਫੈਕਟ ਹੁੰਦਾ ਉਹ ਐਨਾਫਾਈਲੈਕਸਿਸ ਸ਼ੌਕ ਜਾਂ ਐਨਾਫਾਈਲੈਕਟਿਕ ਸ਼ੌਕ ਦਾ ਹੁੰਦਾ ਹੈ। ਉਹ ਬਹੁਤ ਹੀ ਰੇਅਰ ਦੇਖਿਆ ਗਿਆ ਹੈ। ਛੋਟੇ ਮੋਟੇ ਸਾਈਡ ਇਫੈਕਟ ਹੈਗੇ ਆ, ਜਿਵੇਂ ਤੁਹਾਡਾ ਮਸਲ ਪੇਨ ਹੋ ਗਿਆ, ਮਾਈਲਡ ਫੀਵਰ ਹੋ ਗਿਆ 1-2 ਦਿਨ ਵਾਸਤੇ, ਥੋੜਾ ਜਿਹਾ ਸੋਰ ਥਰੋਟ ਹੋ ਗਿਆ, ਇਦਾਂ ਦੇ ਸਾਈਡ ਇਫੈਕਟ ਹੈਗੇ ਆ, ਬਟ ਕੋਈ ਬਹੁਤ ਲੰਮਾ ਚੌੜਾ ਕੋਈ ਵੱਡਾ ਸਾਈਡ ਇਫੈਕਟ ਹੈ ਨਹੀਂ। ਤਾਂ ਕਰਕੇ ਕੋਈ ਡਰਨ ਦੀ ਲੋੜ ਨਹੀਂ, ਤੁਸੀਂ ਬੇਝਿਜਕ ਹੋ ਕੇ ਦੋਨੋਂ ਵੈਕਸੀਨੇਸ਼ਨਾਂ ਦੇ ਸ਼ਾਟਸ ਲੈ ਸਕਦੇ ਹੋ। ਜਿਹੜਾ ਆਪਣਾ ਅਗਲਾ ਲੋਕ ਮੈਨੂੰ ਮੋਸਟਲੀ ਪੁੱਛਦੇ ਆ, ਉਹ ਇਹ ਕੁਐਸਚਨ ਪੁੱਛਦੇ ਆ ਵੀ ਜਿਹੜੀ ਹੈਗੀ ਵੈਕਸੀਨੇਸ਼ਨ, ਜਦੋਂ ਅਸੀਂ ਵੈਕਸੀਨੇਸ਼ਨ ਦਾ ਸ਼ਾਟ ਲੈ ਲੈਂਦੇ ਆ ਤਾਂ ਦੋਨੋਂ ਸ਼ਾਟਸ ਲੈ ਲੈਂਦੇ ਆ ਤਾਂ ਜਾਂ ਇੱਕ ਸ਼ਾਟ ਲੈ ਲੈਂਦੇ ਆ ਵੀ ਉਸ ਤੋਂ ਬਾਅਦ ਕਰੋਨਾ ਹੋਊਗਾ ਕਿ ਨਹੀਂ ਹੋਊਗਾ। ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਅਸੀਂ ਵੈਕਸੀਨੇਸ਼ਨ ਦਾ ਸ਼ਾਟਸ ਲੈਂਦੇ ਆ ਤਾਂ ਉਹ ਦੋਨੇ ਸ਼ਾਟਸ ਲੈਣੇ ਬਹੁਤ ਜ਼ਰੂਰੀ ਹੈਗੇ ਆ। ਔਰ ਕਰੋਨਾ ਇੱਕ ਨਵੀਂ ਬਿਮਾਰੀ ਹੈ ਤਾਂ ਜਿਹੜੀ ਵੈਕਸੀਨੇਸ਼ਨ ਹੈ ਉਹ ਵੀ ਦੇਖੋ ਦਸੰਬਰ ਤੋਂ ਹੀ ਔਨਵਰਡ ਅਸੀਂ ਵੈਕਸੀਨੇਸ਼ਨ ਅਪਰੂਵ ਕੀਤੀ ਹੈ WHO ਨੇ, ਜੋ ਫਾਈਜ਼ਰ ਕੀਤੀ ਸੀ ਤੇ ਫਰਵਰੀ ਦੇ ਵਿੱਚ ਸਾਡੀਆਂ ਸਟਾਰਟ ਹੋਈਆਂ ਸੀਗੀਆਂ ਕੋਵੈਕਸਿਨ ਤੇ ਕੋਵਿਸ਼ੀਲਡ। ਤਾਂ ਦੋਨੋਂ ਵੈਕਸੀਨੇਸ਼ਨਾਂ ਹਾਲੇ ਨਵੀਆਂ, ਇਹਨਾਂ ਦੇ ਟ੍ਰਾਇਲ ਚੱਲ ਰਹੇ ਆ, ਸਟੱਡੀ ਚੱਲ ਰਹੀ ਹੈ, ਬਹੁਤਾ ਕੁਝ ਕਹਿਣਾ ਤਾਂ ਮੁਸ਼ਕਿਲ ਹੈ। ਔਰ ਦੂਸਰਾ ਜਿਹੜਾ ਹੈਗਾ ਕਰੋਨਾ ਆਪਣੇ ਵੇਰੀਐਂਟਸ ਚੇਂਜ ਕਰ ਰਿਹਾ, ਕਿਹੜੇ ਵੇਰੀਐਂਟ ਤੇ ਕਿੰਨੀ ਇਫੈਕਟਿਵ ਰਹੇਗੀ ਵੈਕਸੀਨੇਸ਼ਨ ਉਹਦਾ ਆਉਣ ਵਾਲਾ ਟਾਈਮ ਦੱਸੇਗਾ। ਪਰ ਅਕੋਰਡਿੰਗ ਟੂ ਮੇਰਾ ਐਕਸਪੀਰੀਅੰਸ ਜਿਹੜਾ ਮੈਂ ਦੋਨੇ ਵੇਵਸ ਦੇ ਵਿੱਚ ਦੇਖਿਆ ਹੈ, ਆਲਮੋਸਟ ਮੋਰ ਦੈਨ 500 ਪੇਸ਼ੈਂਟਸ ਮੈਨੇ ਮੇਰੀ OPD ਵਿੱਚ, ਮੇਰੀ ਐਮਰਜੈਂਸੀ ਦੇ ਵਿੱਚ, ਮੇਰੇ ਕੋਵਿਡ ਵਾਰਡ ਦੇ ਵਿੱਚ ਮੈਂ ਦੇਖੇ, ਟ੍ਰੀਟ ਕਰੇ। ਜਿੰਨਾ ਵੀ ਪੇਸ਼ੈਂਟਸ ਨੇ ਈਵਨ ਫਸਟ ਡੋਜ਼ ਵੀ ਲੈਤੀ ਸੀ ਉਹਨੂੰ ਕਾਫੀ ਜ਼ਿਆਦਾ ਅੱਛੇ ਰਿਜ਼ਲਟ ਸੀਗੇ ਉਹਦੇ। ਪੇਸ਼ੈਂਟ ਦੀ ਜਿਹੜੀ ਮੋਰਟੈਲਿਟੀ ਸੀ ਜਾਂ ਪੇਸ਼ੈਂਟ ਬਹੁਤ ਜ਼ਿਆਦਾ ਸੀਵੀਅਰ ਸਿਕ ਨਹੀਂ ਹੋਏ ਜਿਨ੍ਹਾਂ ਦੀ ਕੋਵਿਡ ਵੈਕਸੀਨੇਸ਼ਨ ਦਾ ਈਵਨ ਇੱਕ ਸ਼ਾਟ ਵੀ ਲੱਗਿਆ ਸੀ, ਜਿਨ੍ਹਾਂ ਦੇ 2 ਲੱਗੇ ਸੀ। ਹਾਂ, ਮੇਰੇ ਕਹਿਣ ਦਾ ਮਤਲਬ ਇਹੀ ਹੈ ਇਹਦੇ ਵਿੱਚ ਵੀ ਕੋਵੈਕਸਿਨ ਜਾਂ ਕੋਵਿਸ਼ੀਲਡ ਜਾਂ ਹੋਰ ਕੋਈ ਵੈਕਸੀਨੇਸ਼ਨ ਲੈਣ ਤੋਂ ਬਾਅਦ ਵੀ ਕਰੋਨਾ ਹੋਣ ਦੇ ਚਾਂਸਸ ਹੁੰਦੇ ਆ, ਕਿਉਂਕਿ ਇਹ ਤੁਹਾਡੇ ਇਮਿਊਨਿਟੀ ਤੇ ਡਿਪੈਂਡ ਕਰਦਾ ਹੈ ਵੀ ਤੁਹਾਡੀ ਇਮਿਊਨਿਟੀ ਕਿੰਨੀ ਵਧੀਆ ਹੈ, ਕਿੰਨਾ ਤੁਹਾਡੀ ਇਮਿਊਨ ਤੁਸੀਂ ਹੋਏ ਵੈਕਸੀਨੇਸ਼ਨ ਤੋਂ ਬਾਅਦ, ਤੁਹਾਨੂੰ ਦੂਜੀਆਂ ਬਿਮਾਰੀਆਂ ਕਿੰਨੀਆਂ ਕੁ ਹੈ, ਸ਼ੂਗਰ, BP, ਹਾਰਟ ਦੀ ਬਿਮਾਰੀ ਕਿੰਨੀ ਕੁ ਹੈ, ਉਹ ਤੇ ਡਿਪੈਂਡ ਕਰਦਾ ਤੁਹਾਡੀ ਇਮਿਊਨਿਟੀ ਤੇ। ਬਟ ਜੇ ਦੋਨੇ ਵੈਕਸੀਨੇਸ਼ਨਾਂ ਤੋਂ ਬਾਅਦ ਕੋਵਿਸ਼ੀਲਡ, ਕੋਵੈਕਸਿਨ, ਫਾਈਜ਼ਰ ਜੋ ਵੀ ਵੈਕਸੀਨੇਸ਼ਨ ਤੁਸੀਂ ਲੈ ਰਹੇ ਹੋ, ਉਹ ਤੋਂ ਬਾਅਦ ਵੀ ਜਿਹੜਾ ਹੈਗਾ ਕਰੋਨਾ ਹੋ ਜਾਂਦਾ ਹੈ। ਬਟ ਤੁਹਾਨੂੰ ਜਿਹੜਾ ਉਹਦੇ ਵਾਸਤੇ ਜਿਹੜੀ ਤੁਹਾਡੀ ਬੋਡੀ ਦੇ ਵਿੱਚ ਇਮਿਊਨਿਟੀ ਉਹਦੀ ਡਿਵੈਲਪ ਹੋ ਜਾਂਦੀ ਹੈ ਤਾਂ ਤੁਸੀਂ ਉਹਦੇ ਲਈ ਸਿੱਕ ਘੱਟ ਹੁੰਦੇ ਹੋ, ਤੁਹਾਨੂੰ ਬਿਮਾਰੀ ਉਨੀ ਜ਼ਿਆਦਾ ਨਹੀਂ ਹੁੰਦੀ, ਨਮੂਨੀਆ ਉਨਾ ਡੇਂਜਰਸ ਨਹੀਂ ਹੁੰਦਾ, ਤੇ ਜਿਹੜਾ ਮੋਰਟੈਲਿਟੀ ਰੇਟ ਹੈ, ਜਿਹੜਾ ਡੈਥ ਰੇਟ ਹੈਗਾ ਕੋਵਿਡ ਦੇ ਵਿੱਚ ਉਹ ਘਟ ਜਾਂਦਾ ਹੈ। ਔਰ ਇਹ ਸਾਰਾ ਹੈ ਵੀ ਆਪਾਂ ਨੂੰ ਇਹ ਵੀ ਕੁਐਸਚਨ ਦਾ ਇਹੀ ਆਨਸਰ ਹੈ ਵੀ ਇਹ ਵੀ ਸਾਨੂੰ ਜਿਹੜੀਆਂ ਵੀ ਵੈਕਸੀਨੇਸ਼ਨਾਂ ਦੋਨੋਂ ਹੈਗੀਆਂ, ਦੋਨੋਂ ਵੈਕਸੀਨੇਸ਼ਨਾਂ ਸਾਨੂੰ ਲੈਣੀਆਂ ਜ਼ਰੂਰੀ ਆ, ਇਮਿਊਨਿਟੀ ਦਿੰਦੀਆਂ ਹੈ ਨਾ। ਚਾਹੇ ਕਰੋਨਾ ਹੋ ਜੇ ਪਰ ਫਿਰ ਵੀ ਸਾਨੂੰ ਸੇਫਟੀ ਪਰਪਸ ਲਈ ਦੋਨੋਂ ਲੈਣੀਆਂ ਚਾਹੀਦੀਆਂ ਔਰ ਸਾਨੂੰ ਇਮਿਊਨਿਟੀ ਦਿੰਦੀਆਂ ਉਹ, ਔਰ ਕਰੋਨਾ ਤੋਂ ਬਚਾਅ ਕਰਦੀਆਂ। ਸਾਡਾ ਮੈਨੂੰ ਇੱਕ ਅਗਲਾ ਮੋਸਟਲੀ ਮੇਰੇ ਦੋਸਤ ਕਾਲ ਕਰਕੇ ਪੁੱਛਦੇ ਆ ਵੀ ਜਿਹੜੀ ਰਸ਼ੀਅਨ ਵੈਕਸੀਨੇਸ਼ਨ ਹੈ ਸਪੂਤਨਿਕ, ਵੀ ਸਪੂਤਨਿਕ ਐਕਸੈਪਟੇਬਲ ਹੈਗੀ ਹੈ ਕੈਨੇਡਾ, ਵੈਸਟਰਨ ਕੰਟਰੀਜ਼ ਵਾਸਤੇ ਕਿ ਨਹੀਂ। ਨਹੀਂ, ਸਪੂਤਨਿਕ ਜਿਹੜੀ ਹੈਗੀ ਹੈ ਵੈਕਸੀਨੇਸ਼ਨ ਰਸ਼ੀਅਨ, ਉਹ ਬਾਹਰ ਵਾਸਤੇ ਐਕਸੈਪਟ ਨਹੀਂ ਹੈਗੀ, ਬਾਹਰ ਵਾਸਤੇ ਉਹ ਐਕਸੈਪਟ ਨਹੀਂ ਹੈਗੀ ਸਪੂਤਨਿਕ ਵੈਕਸੀਨੇਸ਼ਨ। ਬਾਹਰ ਵਾਸਤੇ ਤੁਹਾਨੂੰ ਦੱਸਿਆ ਵੀ 4 ਹੀ ਵੈਕਸੀਨੇਸ਼ਨ ਹੈ
ਜਿਹੜੀਆਂ ਹੈਗੀਆਂ ਉਹ ਐਕਸੈਪਟ ਹੈਗੀਆਂ। ਉਹਨਾਂ ਵਿੱਚ ਸਾਡੇ ਇੰਡੀਆ ਵਿੱਚ 2 ਹੀ ਅਵੇਲੇਬਲ ਹੈ, ਫਾਈਜ਼ਰ ਤੇ ਕੋਵੀਸ਼ੀਲਡ, ਹੈ ਨਾ। ਮਡਰਨਾ ਤੇ ਜੈਨਸਨ ਸਾਡੇ ਕੋਲੇ ਹਲੇ ਅਵੇਲੇਬਲ ਨਹੀਂ ਹੈਗੀਆਂ, ਅਕੋਰਡਿੰਗ ਟੂ ਮਾਈ ਨੌਲੇਜ ਹਲੇ ਤੱਕ ਅਵੇਲੇਬਲ ਨਹੀਂ ਹੈਗੀਆਂ, ਹੈ ਨਾ। अच्छा, अगला जो मोस्टली फ्रीकुएंट क्वेश्चन है भी पूछा जाता है, ਜਿਹੜੇ ਮੇਰੇ ਮੈਡੀਕਲ ਦੋਸਤ ਹੈ ਵੀ ਕੁਛ ਕੁ ਪੇਸ਼ੈਂਟਸ ਨੂੰ ਇੰਡੀਆ ਦੇ ਵਿੱਚ ਘੱਟ ਬਟ ਬਾਹਰ ਪ੍ਰੋਬਲਮ ਆਈ ਹੈ ਵੀ ਪੇਸ਼ੈਂਟ ਨੂੰ ਮਾਇਓਕਾਰਡਾਈਟਸ, ਐਂਡੋਕਾਰਡਾਈਟਸ, ਪੈਰੀਕਾਰਡਾਈਟਸ ਦੀ ਪ੍ਰੋਬਲਮ ਆਈ ਆਫਟਰ ਵੈਕਸੀਨੇਸ਼ਨ। हाँ, ਇਹਦੇ ਵਿੱਚ ਹੈ ਵੀ ਬਹੁਤ ਪ੍ਰੋਬਲਮ ਆਈ ਹੈ, ਇਹ ਸੱਚਾਈ ਹੈ, ਬਟ ਬਹੁਤ ਹੀ ਘੱਟ ਪੇਸ਼ੈਂਟਸ ਨੂੰ ਇਹ ਪ੍ਰੋਬਲਮ ਆਈ ਹੈ, ਕਿਉਂਕਿ ਉਹਦੇ ਵਿੱਚ ਰੀਜ਼ਨ ਹਲੇ ਕਲੀਅਰ ਨਹੀਂ ਹੈਗਾ ਵੀ ਉਹ ਵੈਕਸੀਨੇਸ਼ਨ ਕਰਕੇ ਹੀ ਉਹਨਾਂ ਨੂੰ ਐਂਡੋਕਾਰਡਾਈਟਸ ਜਾਂ ਪੈਰੀਕਾਰਡਾਈਟਸ ਹੋਈ। ਹੋ ਸਕਦਾ ਵੀ ਕਿਸੇ ਬੈਕਟੀਰੀਅਲ ਇਨਫੈਕਸ਼ਨ, ਕੋਈ ਹੋਰ ਐਸੋਸੀਏਟਡ ਬੈਕਟੀਰੀਅਲ ਇਨਫੈਕਸ਼ਨ ਪਹਿਲਾਂ ਬੋਡੀ 'ਚ ਚੱਲਦਾ ਹੋਵੇ, ਕੋਈ ਵਾਇਰਲ ਚੱਲਦਾ ਹੋਵੇ, ਉਹਦੇ ਕਰਕੇ ਆਇਆ ਹੋਵੇ। ਬਟ ਹਾਂ, ਮਤਲਬ ਕੁਝ ਰੇਅਰ ਚਾਂਸਸ ਹੋਏ ਹੈ ਜਿਨ੍ਹਾਂ ਨੂੰ ਐਂਡੋਕਾਰਡਾਈਟਸ, ਪੈਰੀਕਾਰਡਾਈਟਸ ਆਈ ਹੈ, ਬਟ ਸਟਿਲ ਦੀ ਵੈਕਸੀਨੇਸ਼ਨ ਇਜ਼ ਸੇਫ। ਉਸ 'ਤੇ ਸਟੱਡੀ ਹੋ ਰਹੀ ਹੈ, ਬਟ ਮੈਨੂੰ ਨਹੀਂ ਲੱਗਦਾ ਵੀ ਮੈਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਆਲਮੋਸਟ 82 ਕਰੋੜ ਬੰਦਿਆਂ ਨੂੰ 81 ਕਰੋੜ 85 ਲੱਖ ਬੰਦਿਆਂ ਨੂੰ ਵੈਕਸੀਨੇਸ਼ਨ ਲੱਗ ਚੁੱਕੀ ਹੈ। ਤਾਂ ਕੋਈ ਸੀਰੀਅਸ ਸਾਈਡ ਇਫੈਕਟ ਅਸੀਂ ਨਹੀਂ ਦੇਖੇ ਇਸ ਚੀਜ਼ ਦੇ, ਹੈ ਨਾ। ਅਗਲਾ ਜਿਹੜਾ ਪ੍ਰੈਸ਼ਨ ਹੈ ਉਹ ਇਹ ਹੈ ਵੀ ਜਿਹੜੀ ਪ੍ਰੈਗਨੈਂਟ ਲੇਡੀ ਹੈ ਜਾਂ ਕੋਈ ਬ੍ਰੈਸਟ ਫੀਡਿੰਗ ਮਦਰ ਹੈ, ਉਹ ਵੈਕਸੀਨੇਸ਼ਨ ਦਾ ਸ਼ਾਟ ਲੈ ਸਕਦੇ ਕਿ ਨਹੀਂ ਲੈ ਸਕਦੀ। ਦੇਖੋ ਜੀ, ਜਿੱਥੋਂ ਤੱਕ ਪ੍ਰੈਗਨੈਂਟ ਵੂਮਨ ਦੀ ਗੱਲ ਹੈ, ਉੱਥੋਂ ਤੱਕ ਹਲੇ ਸਟੱਡੀਜ਼ ਕਾਫੀ ਔਨ ਟਰਾਇਲ ਹੈ, ਤੇ ਜਿੱਥੇ ਵੀ ਕੋਈ ਪੈਂਡੈਮਿਕ ਜ਼ਿਆਦਾ ਹੈ, ਖਤਰਾ ਜ਼ਿਆਦਾ ਹੈਗਾ ਕੋਵਿਡ ਹੋਣ ਦਾ, ਉੱਥੇ ਸ਼ਾਟਸ ਲੈਣਾ ਚਾਹੀਦਾ। ਕੋਵਿਡ ਵੈਕਸੀਨੇਸ਼ਨ ਦੋਨੋਂ ਲੈਣੀਆਂ ਚਾਹੀਦੀਆਂ, ਹੈ ਨਾ। ਦੋਨੋਂ ਹੀ ਇਨਐਕਟਿਵ ਵੈਕਸੀਨੇਸ਼ਨ ਹੈਗੀਆਂ ਤੇ ਦੋਨੋਂ ਹੀ ਵੈਕਸੀਨੇਸ਼ਨਾਂ ਲੈਣੀਆਂ ਚਾਹੀਦੀਆਂ ਜਿੱਥੇ ਜ਼ਿਆਦਾ ਖਤਰੇ ਨੂੰ ਦੇਖਦੇ ਹੋਏ। ਬਾਕੀ ਜਿਹੜੀ ਹੈਗੀ ਪ੍ਰੈਗਨੈਂਸੀ ਦੇ ਵਿੱਚ ਵੈਕਸੀਨੇਸ਼ਨ ਲੈਣੀ ਹੈ ਜਾਂ ਨਹੀਂ ਲੈਣੀ, ਹਾਲੇ ਉਹਦੇ ਟਰਾਇਲਸ ਹੈਗੇ, ਉਹ ਪੈਂਡਿੰਗ ਹੈ, ਤਾਂ ਉਹਦੇ 'ਤੇ ਬਹੁਤਾ ਕੁਝ ਹਾਲੇ ਸਟੱਡੀਜ਼ ਨਹੀਂ ਹੈਗੀਆਂ। ਜਦੋਂ ਤੱਕ ਬ੍ਰੈਸਟ ਫੀਡਿੰਗ ਮਦਰ ਦੀ ਗੱਲ ਹੈ, ਉਹ 'ਤੇ ਕੋਈ ਪ੍ਰੋਬਲਮ ਨਹੀਂ। ਹਰ ਬ੍ਰੈਸਟ ਫੀਡਿੰਗ ਮਦਰ ਕੋਵਿਡ ਵੈਕਸੀਨੇਸ਼ਨ ਲੈ ਸਕਦੀ ਹੈ। ਲੈਣ ਤੋਂ ਬਾਅਦ ਉਹ ਇਮੀਡੀਏਟਲੀ ਬੇਬੀ ਨੂੰ ਬ੍ਰੈਸਟ ਫੀਡ ਕਰ ਸਕਦੀ ਹੈ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਇੱਦਾਂ ਦੀ ਵੀ ਪੋਸਟ ਵੈਕਸੀਨੇਸ਼ਨ ਤੁਸੀਂ ਬ੍ਰੈਸਟ ਫੀਡ ਨਹੀਂ ਕਰ ਸਕਦੇ ਜਾਂ ਕੁਝ ਹੋਰ ਨਹੀਂ ਕਰ ਸਕਦੇ ਜਾਂ ਬਿਲਕੁਲ ਵੈਕਸੀਨੇਸ਼ਨ ਨਹੀਂ ਲੈ ਸਕਦੇ, ਹੈ ਨਾ। ਵੈਕਸੀਨੇਸ਼ਨ ਲੈਣੀ ਹੈ, ਲੈ ਸਕਦੇ। ਐਂਡ ਨੈਕਸਟ ਜਿਹੜਾ ਫ੍ਰੀਕੁਐਂਟ ਕੁਐਸਚਨ ਮੈਨੂੰ ਆਇਆ ਸੀ ਉਹ ਸੀਗਾ ਵੀ ਜਿਹੜੀ ਕੋਵਿਡ ਵੈਕਸੀਨੇਸ਼ਨ ਤੋਂ ਬਾਅਦ ਕਹਿੰਦੇ ਵੀ ਕਲੌਟਸ ਹੋ ਜਾਂਦੇ ਆ, ਤਾਂ ਅਸੀਂ ਉਹਦੇ ਲਈ ਕੋਈ ਐਂਟੀ ਪਲੇਟਲੇਟਸ ਵਗੈਰਾ, ਐਸਪੀਰਿਨ ਵਗੈਰਾ ਜਾਂ ਐਂਟੀ ਕੋਗੂਲੇਟ ਸਟਾਰਟ ਕਰੀਏ। ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ। ਉਹ ਕੋਈ ਜ਼ਿਆਦਾ ਚਾਂਸਸ ਨਹੀਂ, ਬਹੁਤ ਘੱਟ ਚਾਂਸਸ ਸੀਗੇ ਵੀ ਜਿਹਦੇ ਵਿੱਚ ਕੋਈ ਕਲੌਟ ਹੋਇਆ। ਕੋਈ ਤੁਸੀਂ ਐਸਪੀਰਿਨ ਵਗੈਰਾ ਜਾਂ ਕੋਈ ਹੋਰ ਐਂਟੀ ਕੋਗੂਲੇਟ ਨਹੀਂ ਲੈਣਾ, ਕੋਈ ਰეკਮੈਂਡਡ ਨਹੀਂ ਹੈਗਾ WHO ਵੱਲੋਂ ਵੀ ਤੁਸੀਂ ਵੈਕਸੀਨੇਸ਼ਨ ਤੋਂ ਬਾਅਦ ਕੋਈ ਐਂਟੀ ਕੋਗੂਲੈਂਟ ਜਾਂ ਐਂਟੀ ਪਲੇਟਲੇਟਸ ਸਟਾਰਟ ਕਰਨਾ ਹੈਗਾ, ਠੀਕ ਹੈ। ਕੋਈ ਇੱਦਾਂ ਦਾ ਕੁਛ ਨਹੀਂ ਲੈਣਾ। ਤਾਂ ਨੈਕਸਟ ਕੁਐਸਚਨ ਸੀਗਾ, ਪੀਰੀਅਡਸ ਦੇ ਵਿੱਚ ਜਾਂ ਕਿਸੇ ਲੇਡੀਜ਼ ਨੂੰ ਉਸਨੇ ਸਾਈਕਲ ਦੇ ਵਿੱਚ ਜਿਹੜਾ ਮੈਂਸਟਰੂਏਸ਼ਨ ਸਾਈਕਲ ਹੈ ਉਹਦੇ ਵਿੱਚ ਵੈਕਸੀਨੇਸ਼ਨ ਲੈਣੀ ਹੈ ਜਾਂ ਨਹੀਂ ਲੈਣੀ। ਜਿਹੜਾ ਜੇ ਤੁਸੀਂ ਲੇਡੀਜ਼ ਜੋ ਵੀ ਹੈਗੀਆਂ ਲੇਡੀਜ਼ ਆਪਣੇ ਪੀਰੀਅਡਸ ਦੇ ਵਿੱਚ ਵੈਕਸੀਨੇਸ਼ਨ ਦੇ ਸ਼ਾਟਸ ਲੈ ਸਕਦੀਆਂ, ਉਹ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ। ਜਿਹੜਾ ਨੈਕਸਟ ਕੁਐਸਚਨ ਹੈ ਉਹ ਪੀਰੀਅਡ ਦਾ ਕੁਐਸਚਨ ਹੈ ਵੀ ਕਿੰਨੇ ਪੀਰੀਅਡ ਦੇ ਵਿੱਚ ਆਪਾਂ ਵੈਕਸੀਨੇਸ਼ਨ ਲੈ ਸਕਦੇ ਹਾਂ, ਕਿੰਨਾ ਉਹਦੇ ਵਿੱਚ ਫਰਕ ਰੱਖਣਾ ਇੱਕ ਸ਼ਾਟ ਤੋਂ ਦੂਸਰੇ ਸ਼ਾਟ ਦੇ ਵਿੱਚ। ਤਾਂ ਇਹਦੇ ਵਿੱਚ ਇਹ ਹੈ ਵੀ ਜਿਹੜਾ ਹੈਗਾ ਆਪਣੇ ਕੋਲ ਕੋਵੈਕਸੀਨ ਹੈ, ਕੋਵੈਕਸੀਨ ਦੇ ਵਿੱਚ ਅਸੀਂ 2 ਤੋਂ 4 ਹਫ਼ਤਿਆਂ ਦਾ ਗੈਪ ਰੱਖਣਾ ਫਸਟ ਤੇ ਸੈਕੰਡ ਡੋਜ਼ ਦੇ ਵਿੱਚ। ਕੋਵਿਸ਼ੀਲਡ ਦੇ ਵਿੱਚ ਅਸੀਂ 6 ਤੋਂ 8 ਹਫ਼ਤਿਆਂ ਦਾ ਜਿਹੜਾ ਹੈਗਾ ਗੈਪ ਰੱਖਣਾ ਫਸਟ ਤੋਂ ਸੈਕੰਡ ਡੋਜ਼ ਦੇ ਵਿੱਚ। ਮੇਰੇ ਕੋਲ ਤਾਂ ਆਲਮੋਸਟ ਇਹੀ 8-9 ਜਿਹੜੇ ਸੀਗੇ ਤੁਹਾਡੇ ਨਾਲ ਡਿਸਕਸ ਕੀਤਾ, ਇਹ ਪ੍ਰੈਸ਼ਨ ਸੀਗੇ ਮੇਰੇ ਕੋਲ ਮੇਰੇ ਪੇਸ਼ੈਂਟਸ ਦੇ ਫ੍ਰੀਕੁਐਂਟ ਕੁਐਸਚਨ ਸੀਗੇ। ਤੁਸੀਂ ਮੈਨੂੰ ਬਾਕੀ ਅਗਰ ਤੁਹਾਡਾ ਕੋਈ ਆਪਣਾ ਕੋਈ ਪਰਸਨਲ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਜਿਹੜਾ ਤੁਹਾਡਾ ਪ੍ਰੈਸ਼ਨ ਹੈ ਉਹ ਪਾ ਸਕਦੇ ਹੋ, ਕੁਐਸਚਨ ਪਾ ਸਕਦੇ ਹੋ। ਮੈਂ ਉਹਦਾ ਤੁਹਾਨੂੰ ਪਰਸਨਲੀ ਰਿਪਲਾਈ ਕਰ ਦੂੰਗਾ ਜੋ ਵੀ ਕਿਸੇ ਦਾ ਕੋਈ ਡਾਊਟ ਹੈ ਤਾਂ। Thank you very much.